ਸਾਡੀ ਇਹ ਬਣਦੀ ਹੈ ਕਿ ਆਪੋਜੀਸ਼ਨ ਨੂੰ ਇਨਫ ਸਮਾਂ ਦਿੱਤਾ ਜਾਵੇ ਸੋ ਦੈਟ ਰੂਲਿੰਗ ਪਾਰਟੀ ਨੂੰ ਸਵਾਲ ਉੱਠ ਸਕਣ ਔਰ ਰੂਲਿੰਗ ਪਾਰਟੀ ਜਵਾਬ ਦੇਵੇ, ਕਿਉਂਕਿ ਜਦੋਂ ਜਵਾਬ ਦਊਗੀ, ਜਵਾਬ ਤਲਬੀ ਹੋਊਗੀ, ਪੰਜਾਬ ਦੇ ਲੋਕਾਂ ਦੇ ਮਸਲੇ ਫੇਰ ਹੀ ਹੱਲ ਹੋਣੇ ਆ। ਮਸਲੇ ਤਾਂ ਪੰਜਾਬ ਦੇ ਲੋਕਾਂ ਦੇ ਡਿਸਕਸ ਹੋਣੇ ਸੀ, ਕਿਸੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਨਿੱਜੀ ਮੈਂਬਰ ਦੇ ਤਾਂ ਹੋਣੇ ਨਹੀਂ ਸੀ। ਮਗਰ ਜੋ ਸਾਰਾ ਕੁਝ ਹੁਣ ਸਾਹਮਣੇ ਆ ਰਿਹਾ ਹੈ ਕਿ ਕਿਵੇਂ ਕੱਲ ਜਿਹੜਾ ਫਿਕਸਡ ਮੈਚ ਖੇਡਿਆ ਗਿਆ, ਜਾਨ ਵੀ ਖਤਰੇ 'ਚ ਕਈਆਂ ਦੀ ਪਾਈ ਗਈ ਹੈ ਔਰ ਕੇਵਲ ਤੇ ਕੇਵਲ ਅੱਜ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸਪੀਕਰ ਸਾਹਿਬ ਤੇ ਸਪੀਕਰ ਸਾਹਿਬ ਦਾ ਜਿਹੜਾ ਦਫ਼ਤਰ ਹੈ, ਲੱਗਦਾ ਕੱਲ ਸਪੀਕਰ ਸਾਹਿਬ ਨੇ ਜਿਹੜੀ ਬੈਟਿੰਗ ਕੀਤੀ ਆ ਉਹ ਕਾਂਗਰਸਮੈਨ ਦੀ ਕੀਤੀ ਆ, ਇੱਕ ਸਪੀਕਰ ਦਾ ਰੋਲ ਅਦਾ ਨਹੀਂ ਕੀਤਾ, ਬਿਕੋਜ਼ ਉਹਨਾਂ ਦਾ ਕੰਮ ਸੀ ਨਿਊਟਰਲ ਅੰਪਾਇਰ, ਜਿਵੇਂ ਕ੍ਰਿਕਟ ਮੈਚ 'ਚ ਹੁੰਦੇ ਆ, ਸਹੀ ਗੱਲ ਨੂੰ ਸਹੀ ਕਹਿਣਾ, ਗਲਤ ਨੂੰ ਗਲਤ ਕਹਿਣਾ। ਇਸ ਲਈ ਮੈਂ ਹਾਲੇ ਵੀ ਆਸ ਕਰਦਾ ਕਿ ਸਪੀਕਰ ਸਾਹਿਬ ਜੇ ਵਾਕਈ ਐਜ਼ ਏ ਕਸਟੋਡੀਅਨ ਸਾਡਾ ਵੀ ਉਹਨਾਂ 'ਚ ਫੇਥ ਬਰਕਰਾਰ ਰੱਖਣਾ ਚਾਹੁੰਦੇ ਆਪੋਜੀਸ਼ਨ ਪਾਰਟੀਆਂ ਦਾ, ਨਹੀਂ ਤਾਂ ਅੱਜ ਕੱਲ ਤੋਂ ਬਾਅਦ ਇਹ ਹੋਣਾ ਕਿ ਸਾਡਾ ਵਿਸ਼ਵਾਸ ਸਪੀਕਰ ਸਾਹਿਬ ਤੇ ਰਹਿਣਾ ਨਹੀਂ ਜੇ ਸਪੀਕਰ ਸਾਹਿਬ ਨੇ 2-3 ਗੱਲਾਂ ਸਪਸ਼ਟ ਪਬਲਿਕਲੀ ਨਾ ਕਰਨ। ਪਹਿਲੀ ਗੱਲ ਕਿ ਜਿਹੜਾ ਬਾਰ-ਬਾਰ ਚਰਚਾ ਚੱਲ ਰਹੀ ਸੀ ਕਿ ਰਿਪੋਰਟ ਨੈਗੇਟਿਵ ਤੋਂ ਪੋਜ਼ਿਟਿਵ ਹੋ ਰਹੀਆਂ, ਪੋਜ਼ਿਟਿਵ ਤੋਂ ਨੈਗੇਟਿਵ ਹੋ ਰਹੀਆਂ ਨੇ, ਕਿ ਉਹ ਸਾਰੇ ਮਾਮਲੇ ਦੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ, ਚੰਡੀਗੜ੍ਹ ਦੇ ਥਰੂ ਕੀ ਉਹਦੀ ਇਨਕੁਆਇਰੀ ਕਰਾਉਣਗੇ ਨਿਰਪੱਖ ਸਾਰੀਆਂ ਦੀ ਰਿਪੋਰਟਾਂ ਬਾਰੇ। ਦੂਜੀ ਗੱਲ ਕਿ ਕੁਲਬੀਰ ਜੀਰੇ ਦਾ ਜਿਹੜਾ ਕੱਲ ਕੇਸ ਆਇਆ ਹੈ ਕਿ ਦੇਖੋ ਉਹਦਾ ਤੇ ਕੀ ਪਰਚਾ ਦਰਜ ਕਰਾਉਣਗੇ, ਨਾਟ ਇਨ ਪੰਜਾਬ, ਕਿਉਂਕਿ ਸਾਰਾ ਇਸ਼ੂ ਚੰਡੀਗੜ੍ਹ ਦਾ, ਚੰਡੀਗੜ੍ਹ 'ਚ ਪਰਚਾ ਦਰਜ ਕਰਾਉਣਗੇ। ਕਿਉਂਕਿ ਮੈਂ ਇੱਕ ਰਿਪੋਰਟ ਹੀ ਲੈ ਕੇ ਆਇਆ, ਤੁਹਾਨੂੰ ਭੇਜ ਵੀ ਰਹੇ ਹਾਂ, ਜਿਹਦੇ 'ਚ ਸਪਸ਼ਟ ਹੈ ਕਿ ਫਿਰੋਜ਼ਪੁਰ 'ਚ ਕੁਲਬੀਰ ਸਿੰਘ ਜੀਰਾ ਸਨ ਆਫ ਇੰਦਰਜੀਤ ਸਿੰਘ ਜੀਰਾ, ਉਹਨਾਂ ਦਾ ਟੈਸਟ ਲਿਆ ਗਿਆ 26 ਤਰੀਕ ਨੂੰ, ਉਹਨਾਂ ਦੇ ਸੈਂਪਲ ਰਿਸੀਵ ਹੋਏ ਆ ਔਰ 27 ਤਰੀਕ ਨੂੰ ਜਿਹੜਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹੈ ਫਰੀਦਕੋਟ, ਉਹਨੇ ਰਿਜ਼ਲਟ ਦੇ ਦਿੱਤਾ ਹੈ। ਔਰ ਰਿਜ਼ਲਟ ਕੀ ਦੇ ਦਿੱਤਾ ਹੈ ਇੱਥੇ ਕਿ ਉਹ ਕੋਵਿਡ ਪੋਜ਼ਿਟਿਵ ਨੇ। ਹੁਣ ਜਿਹੜਾ 27 ਤਰੀਕ ਨੂੰ ਕੋਵਿਡ ਪੋਜ਼ਿਟਿਵ ਪਾਇਆ ਗਿਆ ਉਹਨੂੰ ਤਾਂ ਵਿਧਾਨ ਸਭਾ ਵਾੜ ਲਿਆ, ਤੇ ਜਿਹੜੇ ਸਾਡੇ ਵਰਗੇ ਆਪੋਜੀਸ਼ਨ ਦੇ ਐਮਐਲਏ ਜਿਨ੍ਹਾਂ ਨੇ ਟੈਸਟ ਕਰਾਇਆ, ਜਿੱਥੋਂ ਪੰਜਾਬ ਵਿਧਾਨ ਸਭਾ ਨੇ ਹੁਕਮ ਕੀਤਾ ਉੱਥੋਂ ਕਰਾਇਆ, ਔਰ ਜਿਹੜੇ ਨੈਗੇਟਿਵ ਪਾਏ ਗਏ ਉਹਨਾਂ ਨੂੰ ਤਾਂ ਚਿੱਠੀ ਲਿਖਤੀ ਕਿ ਤੁਸੀਂ ਪੰਜਾਬ ਵਿਧਾਨ ਸਭਾ ਨਹੀਂ ਆ ਸਕਦੇ। ਤੇ ਮੇਰੇ ਵੀਰੋ, ਇਹਦੇ ਨਾਲ ਕੀ ਸਪਸ਼ਟ ਹੁੰਦਾ ਹੈ? ਇਹਦੇ ਨਾਲ ਸਪਸ਼ਟ ਇਹ ਗੱਲ ਹੁੰਦੀ ਹੈ ਕਿ ਮੈਚ ਫਿਕਸਡ ਹੈ ਔਰ ਸਪੀਕਰ ਸਾਹਿਬ ਨੇ ਜਿਹੜਾ ਨਿਊਟਰਲ ਰੋਲ ਅਦਾ ਕਰਨਾ ਸੀ, ਇੱਕ ਅੰਪਾਇਰ ਦਾ ਰੋਲ ਅਦਾ ਕਰਨਾ ਸੀ, ਉਹ ਕਿਤੇ ਨਾ ਕਿਤੇ ਇੱਕ ਕਾਂਗਰਸਮੈਨ ਦਾ ਰੋਲ ਅਦਾ ਕਰ ਗਏ। ਹਲੇ ਵੀ ਆਸ ਕਰਦਾ ਕਿ ਸਾਡੇ ਜੇ ਡਾਊਟਸ ਨੇ, ਕਿਉਂਕਿ ਦੇਖੋ ਇਹ ਲੋਕਤੰਤਰ ਹੈ, ਸਾਡੀ ਜ਼ਿੰਮੇਵਾਰੀ ਸੀ, ਸਪੀਕਰ ਸਾਹਿਬ ਦੀ ਜ਼ਿੰਮੇਵਾਰੀ ਸੀ ਕਿ ਕੱਲ ਵਿਧਾਨ ਸਭਾ 'ਚ ਸਾਰੇ ਪਹੁੰਚਣਾ। ਅਖਬਾਰਾਂ 'ਚ ਖਬਰ ਲੱਗੀਆਂ ਨੇ ਕਿ 56 ਆਫ ਦਾ 117 ਐਮਐਲਏਜ਼ ਵਰ ਪ੍ਰੈਜ਼ੈਂਟ। ਇਹ ਤੋਂ ਪੁਅਰ ਮਾੜਾ ਅਫਸੋਸ ਦੀ ਗੱਲ ਕੀ ਹੋ ਸਕਦੀ ਹੈ ਕਿ ਜਦੋਂ 50% ਆਫ ਦਾ ਹਾਊਸ ਇਜ਼ ਐਬਸੈਂਟ, ਜਦੋਂ 50% ਵਿਧਾਨ ਸਭਾ ਦੀ ਹਾਜ਼ਰੀ ਨਾ ਹੋਵੇ ਤੇ ਸਪੀਕਰ ਸਾਹਿਬ ਨੂੰ ਚਿੰਤਾ ਨਾ ਹੋਈ ਕਿ ਸਪੀਕਰ ਸਾਹਿਬ ਤੇ ਪ੍ਰੈਸ਼ਰ ਸੀ ਹੁਕਮਰਾਨ ਸਰਕਾਰ ਦਾ, ਕਾਂਗਰਸ ਦਾ, ਉਹਨਾਂ ਦੀ ਮਾਂ ਪਾਰਟੀ ਦਾ, ਕਿ ਅਸੀਂ ਕੇਵਲ ਤੇ ਕੇਵਲ ਇੱਕ ਕਾਰਵਾਈ ਕਰਨੀ ਹੈ 6 ਮਹੀਨੇ ਬਾਅਦ ਜਿਹੜਾ ਸੈਸ਼ਨ ਬੁਲਾਉਣਾ ਹੁੰਦਾ, ਜਿਹੜੀ ਕਨਸਟੀਟਿਊਸ਼ਨਲ ਮਜਬੂਰੀ ਹੈ, ਕੱਲਾ ਉਸ ਨੂੰ ਮੀਟ ਕਰਨਾ, ਲੋਕਾਂ ਦੇ ਮੁੱਦੇ ਨਹੀਂ, ਨਾ ਸ਼ਰਾਬ ਦਾ, ਲੋਕਾਂ ਜਿੱਦਾਂ ਡੈਥਸ ਹੋਈਆਂ ਨੇ ਪੰਜਾਬ ਦੇ ਲੋਕਾਂ ਦੀ 200 ਦੇ ਨੇੜੇ ਡੈਥ ਹੋ ਗਈ ਆ, ਉਹਦਾ ਕੋਈ ਜ਼ਿਕਰ ਨਹੀਂ। ਕਾਂਗਰਸ ਐਮਐਲਏ ਪੁਲਿਸ ਦੀ ਰਲੀ ਮਿਲੀ ਭੁਗਤ ਦੀ ਗੱਲ ਆਈ ਆ, ਉਹਦਾ ਕੋਈ ਜ਼ਿਕਰ ਨਹੀਂ। 5600 ਕਰੋੜ ਦਾ ਰੈਵਨਿਊ ਲਾਸ ਹੋਇਆ। ਇੱਕ ਪਾਸੇ ਖਜ਼ਾਨਾ ਮੰਤਰੀ ਕਹਿੰਦੇ ਖਜ਼ਾਨਾ ਖਾਲੀ, ਦੂਜੇ ਪਾਸੇ ਖਜ਼ਾਨੇ ਨੂੰ ਚੂਨਾ ਲੱਗ ਰਿਹਾ, ਉਹ ਡਿਸਕਸ਼ਨ ਨਹੀਂ ਹੋਣ ਦਿੱਤੀ ਸਪੀਕਰ ਸਾਹਿਬ ਨੇ। ਧਰਮਸੋਤ ਨੇ 55 ਕਰੋੜ ਰੁਪਏ ਖੁਰਦ-ਬੁਰਦ ਕਰਤੇ ਆ ਐਸਸੀ ਸਕਾਲਰਸ਼ਿਪ ਦੇ,
ਉਹਦੀ ਚਰਚਾ ਨਹੀਂ ਹੋਣ ਦਿੱਤੀ। CBI ਦੀ ਇਨਕੁਆਇਰੀ ਮਾਰਕ ਹੋਈ ਹੈ। ਕਿਉਂ ਮਾਰਕ ਹੋਈ? ਕਿਉਂਕਿ ਝੂਠੇ ਫੈਕਟਸ ਪੰਜਾਬ ਪੁਲਿਸ ਵੱਲੋਂ, ਪੰਜਾਬ ਦੇ ਮਾਈਨਿੰਗ ਡਿਪਾਰਟਮੈਂਟ ਵੱਲੋਂ, DC ਰੋਪੜ ਵੱਲੋਂ ਹਾਈ ਕੋਰਟ 'ਚ ਰੱਖੇ ਗਏ ਹੈ। ਰੈਵਨਿਊ ਲਾਸ ਹੋਇਆ ਪੰਜਾਬ ਦਾ ਹਜ਼ਾਰਾਂ ਕਰੋੜ ਦਾ, ਉਹ ਡਿਸਕਸ਼ਨ ਨਹੀਂ ਹੋਣ ਦਿੱਤੀ। ਕਰੋੜਾਂ ਰੁਪਈਆ ਸਾਡੇ ਮੁਲਾਜ਼ਮ ਵੀਰਾਂ ਦਾ ਸਰਕਾਰ ਦੱਬੀ ਬੈਠੀ ਹੈ TADA ਦੇ ਰੂਪ 'ਚ। ਹੈਲਥ ਵਾਰੀਅਰਸ ਨੂੰ ਤਨਖਾਹ ਨਹੀਂ ਸਮੇਂ ਨਾਲ ਮਿਲ ਰਹੀ, ਉਹ ਡਿਸਕਸ਼ਨ ਨਹੀਂ ਹੋਣ ਦਿੱਤੀ ਸਪੀਕਰ ਸਾਹਿਬ ਨੇ। ਕਰੋਨਾ ਕਰਕੇ ਮਹਾਮਾਰੀ ਜਿਹੜੀ ਵੱਡੀ ਹੈ, ਕਿੱਥੇ ਬਿਸਤਰੇ ਨਹੀਂ ਮਿਲ ਰਹੇ ਕਰੋਨਾ ਪੇਸ਼ੈਂਟਸ ਨੂੰ, ਕਿੱਥੇ ਇਲਾਜ 20-20 ਲੱਖ ਦੇ ਹੋ ਰਿਹਾ। ਕਰੋਨਾ ਦੀ ਅੱਜ ਮੋਰਟੈਲਿਟੀ ਡੈਥ ਰੇਟ ਪੰਜਾਬ ਦਾ ਇੰਡੀਆ ਦੀ ਐਵਰੇਜ ਨਾਲੋਂ ਡਬਲ ਹੈ ਔਰ ਰਿਕਵਰੀ ਰੇਟ ਘਟ ਗਿਆ ਹੈ। ਔਰ ਕੈਪਟਨ ਅਮਰਿੰਦਰ ਸਿੰਘ ਜੀ ਕਹਿੰਦੇ ਆ ਸਾਡਾ ਤਾਂ ਮਿਸ਼ਨ ਫਤਿਹ ਚਲਾ ਰਹੇ ਆ। ਕੈਪਟਨ ਅਮਰਿੰਦਰ ਸਿੰਘ ਜੀ, ਕੱਲ ਤਾਂ ਸਮਝ ਆ ਗਈ ਕਰੋਨਾ ਦਾ ਤੁਹਾਡੇ ਵੀ ਗੋਡੇ ਨੂੰ ਹੱਥ ਲਾ ਕੇ ਚਲੀ ਗਈ ਤੇ ਮਿਸ਼ਨ ਫਤਿਹ ਹੈ ਕਿ ਇਹ ਮਿਸ਼ਨ ਝੂਠ ਹੈ। ਔਰ ਮੈਂ ਸਮਝਦਾ ਵਿਧਾਨ ਸਭਾ 'ਚ ਕੇਵਲ ਤੇ ਕੇਵਲ ਕੱਲ ਜੇ ਦੋ ਕੰਮਾਂ 'ਚ ਮੋਹਰ ਲੱਗੀ, ਕੈਪਟਨ ਅਮਰਿੰਦਰ ਸਿੰਘ ਦੇ ਮਿਸ਼ਨ ਝੂਠ ਨੂੰ ਤੇ ਮਿਸ਼ਨ ਲੂਟ ਨੂੰ, ਕਿਉਂਕਿ ਮਿਸ਼ਨ ਲੂਟ ਦੇ ਸਵਾਲ ਉੱਠਨੇ ਸੀ, ਪੰਜਾਬ ਦੇ ਲੋਕ ਸਵਾਲ ਉਠਾਉਂਦੇ ਸੀ ਇਸ ਲੁੱਟ ਦੀ, ਉਹ ਨਹੀਂ ਗੱਲ ਕਰਨ ਦਿੱਤੀ ਤੇ ਮਿਸ਼ਨ ਲੂਟ ਆਪੇ ਕਾਮਯਾਬ ਰਿਹਾ ਜਦ ਵਿਰੋਧੀ ਧਿਰ ਨੂੰ ਸਵਾਲ ਨਹੀਂ ਕਰਨ ਦਿੱਤੇ। ਤੇ ਮਿਸ਼ਨ ਝੂਠ ਵੀ ਕਾਮਯਾਬ ਰਿਹਾ ਕਿਉਂਕਿ ਲੋਕਾਂ ਨੂੰ ਜਿਹੜਾ ਮਿਸ਼ਨ ਫਤਿਹ ਦਾ ਝੂਠ ਸੀ ਉਹ ਨਹੀਂ ਸਵਾਲ ਕਰਨ ਦਿੱਤੇ। ਇਹਨਾਂ ਹਾਲਾਤਾਂ 'ਚ ਹਲੇ ਵੀ ਜੇ ਸਪੀਕਰ ਸਾਹਿਬ ਇੱਕ ਸੈਸ਼ਨ ਜਿਹਦੇ 'ਚ ਸਾਰੇ ਮੁੱਦੇ ਡਿਸਕਸ ਕਰਨ ਲਈ ਨਹੀਂ ਦੁਬਾਰਾ ਬੁਲਾਉਂਦੇ, ਜਾਂ ਇਸ MLA ਦੇ ਖਿਲਾਫ ਜਿਹਨੇ ਜਾਣਦੇ ਹੋਏ ਵੀ 27 ਤਰੀਕ ਦੀ ਉਹਦੀ ਰਿਪੋਰਟ ਹੈ, ਉਹ ਝੂਠ ਉਹਨੂੰ ਲੁਕੋ ਕੇ ਵਿਧਾਨ ਸਭਾ 'ਚ ਉਹ ਦਾਖਲ ਕਿਵੇਂ ਹੋ ਗਿਆ, ਇਹਦੀ ਜਵਾਬਦੇਹੀ ਕਿਸੇ ਹੋਰ ਦੀ ਨਹੀਂ, ਇਹ ਸਪੀਕਰ ਸਾਹਿਬ ਦੀ ਬਣਦੀ ਹੈ। ਇਸ ਲਈ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਤੁਹਾਡੇ ਕੋਲ ਆਏ ਆ ਕਿ ਸਪੀਕਰ ਸਾਹਿਬ ਦਾ ਪੱਖਪਾਤੀ ਰਵੱਈਆ ਜਿਹੜਾ ਪਿਕ ਐਂਡ ਚੂਜ਼ ਹੋਇਆ। ਅੱਜ ਤਾਂ ਸਾਰੀ ਮੀਡੀਆ ਨੇ ਉਹ ਪਰਦਾ ਫਾਸ਼ ਕਰਤਾ, ਉਹ ਸਪਸ਼ਟ ਕਰਤਾ। ਇਸੇ ਲਈ ਕੱਲ ਦਾ ਜਿਹੜਾ ਸੈਸ਼ਨ ਸੀ ਉਹ ਮੈਂ ਸਮਝਦਾ ਇੱਕ ਕਾਰਗੁਜ਼ਾਰੀ ਰੱਖੀ ਗਈ। ਸਾਨੂੰ ਤਾਂ ਲਿਖਤੀ ਚਿੱਠੀ ਜਿਹੜੇ ਕੋਵਿਡ ਨੈਗੇਟਿਵ ਸਨ, ਔਰ ਮੈਨੂੰ ਇਸ ਗੱਲ ਦੀ ਤਸੱਲੀ ਆ। ਮੈਂ ਇੱਕ ਗੱਲ ਹੋਰ ਔਨ ਰਿਕਾਰਡ ਲਿਆਉਣਾ ਚਾਹੁੰਦਾ। ਦੇਖੋ ਮੈਂ ਆਪਣਾ ਭਾਵੇਂ ਮੇਰੇ ਵਿਰੋਧੀ ਨੇ ਸਤਿਕਾਰਯੋਗ ਪ੍ਰਗਟ ਸਿੰਘ ਜੀ ਪੁਆਧ ਸਾਹਿਬ ਜਿਹੜੇ MLA ਸਾਹਿਬ ਨੇ ਜਲੰਧਰ ਤੋਂ, ਉਹਨਾਂ ਦੀ ਰਿਪੋਰਟ ਪੋਜ਼ਿਟਿਵ ਆਈ ਫਿਰ ਨੈਗੇਟਿਵ ਆਈ, ਮਗਰ ਆਪ ਦੀ ਜ਼ਿੰਮੇਵਾਰੀ ਸਮਝਦਿਆਂ ਜਦ ਦੇਖੋ ਕਈ MLA ਨੇ ਉੱਥੇ ਵਿਧਾਨ ਸਭਾ 'ਚ CM ਸਾਹਿਬ ਵਰਗੇ ਹੋਰ ਵੀ ਨੇ ਜਿਨ੍ਹਾਂ ਨੂੰ ਕਈ ਕੋਮੋਰਬਿਡਿਟੀਜ਼ ਨੇ, ਤੇ ਜੇ ਕਿਤੇ ਮੈਨੂੰ ਕਰੋਨਾ ਹੋਇਆ ਮੈਂ ਵਿਧਾਨ ਸਭਾ ਚਲੇ ਗਿਆ ਤੇ ਕਿਸੇ ਦੀ ਜਾਨ ਨੂੰ ਖਤਰੇ 'ਚ ਨਾ ਪਾਵਾਂ, ਮਗਰ ਉਹਨਾਂ ਨੇ ਆਪਦੀ ਰਿਸਪੌਂਸਿਬਲ ਰੋਲ ਅਦਾ ਕੀਤਾ। ਮੈਂ ਉਹਨਾਂ ਦੀ ਸ਼ਲਾਘਾ ਕਰਦਾ। ਹੀ ਡਿਡ ਨਾਟ ਗੋ ਟੂ ਦਾ ਵਿਧਾਨ ਸਭਾ। ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਨੇ ਵੀ ਰਿਪੋਰਟ ਨੈਗੇਟਿਵ ਸੀ, ਅਸੀਂ ਆਪ ਦਾ ਰੋਲ ਪੋਜ਼ਿਟਿਵਲੀ ਨਿਭਾਇਆ, ਰਿਸਪੌਂਸਿਬਲੀ ਨਿਭਾਇਆ, ਮਗਰ ਜਿਹੜਾ ਉੱਥੇ ਇਰਰਿਸਪੌਂਸਿਬਲ ਔਰ ਮੈਚ ਫਿਕਸ ਚੱਲਿਆ ਉਹਦੇ ਬਾਰੇ ਸਪੀਕਰ ਸਾਹਿਬ ਨੂੰ ਕਾਰਵਾਈ ਵੀ ਕਰਨੀ ਪੈਣੀ ਹੈ ਔਰ ਜਵਾਬ ਵੀ ਦੇਣਾ ਪੈਣਾ, ਨਹੀਂ ਤਾਂ ਅਸੀਂ ਸਮਝਾਂਗੇ ਕਿ ਉੱਥੇ ਕੱਲ ਸਿਰਫ ਤੇ ਸਿਰਫ ਧੱਜੀਆਂ ਉਡਾਈਆਂ ਗਈਆਂ ਲੋਕਤੰਤਰ ਦੀਆਂ। ਸ਼ਰਨਜੀਤ ਜੀ ਦੀ ਗੱਲ ਸੁਣ ਲਓ ਜੀ ਪਲੀਜ਼। ਢਿੱਲੋਂ ਸਾਹਿਬ ਨੇ ਜੇ ਕੋਈ ਗੱਲ ਰੱਖਣੀ। ਮੈਂ ਬੇਨਤੀ ਕਰਨੀ ਚਾਹੁੰਦਾ ਜੀ, ਮੇਰੇ ਤੋਂ ਪਹਿਲਾਂ ਮਨੀਸ਼ਾ ਸਾਹਿਬ ਨੇ ਕਾਫੀ ਡਿਟੇਲ ਦੇ ਵਿੱਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਪਿਛਲੇ 4-5 ਦਿਨ ਤੋਂ ਇਹ ਡਿਮਾਂਡ ਕਰਦੇ ਆ ਰਹੇ ਸੀ ਕਿ ਇਹ ਕੋਈ ਸੈਸ਼ਨ ਨਹੀਂ ਹੈ, ਇਹ ਘੰਟੇ ਦਾ 1.5 ਘੰਟੇ ਦਾ ਸੈਸ਼ਨ। ਕੀ ਸੈਸ਼ਨ ਹੁੰਦਾ? ਲੋਕਾਂ ਦੀਆਂ ਐਡੀਆਂ ਵੱਡੀਆਂ ਡਿਮਾਂਡ ਨੇ, ਲੋਕ ਸਾਡੇ ਤੋਂ ਆਸ ਕਰਦੇ ਨੇ ਕਿ ਉਹ ਡਿਮਾਂਡ ਤੁਸੀਂ ਜਾ ਕੇ ਵਿਧਾਨ ਸਭਾ ਦੇ ਵਿੱਚ ਰੱਖੋਗੇ। ਸਾਡਾ ਬਹੁਤ ਕੁਝ ਕਰਨ ਤੋਂ ਬਾਵਜੂਦ ਵੀ, ਸਾਡੀਆਂ ਮੀਟਿੰਗਾਂ ਤੋਂ ਬਾਅਦ ਵੀ ਸਾਡਾ ਕੋਈ ਸਿੱਟਾ ਨਹੀਂ ਨਿਕਲਿਆ। 10 ਤੋਂ ਮਸ ਨਹੀਂ ਹੋਏ। ਪੰਜਾਬ ਦੀ ਸਰਕਾਰ ਤੇ ਸਪੀਕਰ ਸਾਹਿਬ ਸੈਸ਼ਨ ਉੱਡਾ ਕੇ ਰੱਖਿਆ। ਜਿਹੜੀ ਸਾਡੇ ਨਾਲ ਮਾਰੀ ਕੀਤੀ
ਆਨ ਰਿਕਾਰਡ ਆ ਸਾਰੀਆਂ ਗੱਲਾਂ। ਅਸੀਂ ਜਿਸ ਮੌਕੇ 26 ਤਰੀਕ ਨੂੰ ਟ੍ਰਿਬਿਊਨ ਦੇ ਵਿੱਚ ਖਬਰਾਂ ਛਪੀਆਂ ਕਿ ਜਿਹੜੇ ਗੁਰਪ੍ਰਤਾਪ ਸਿੰਘ ਬਡਾਲਾ MLA ਦੇ ਨਾਲ MLA ਸਾਹਿਬਾਨ ਬੈਠੇ ਸੀ, ਉਹ ਇਸ ਵਿਧਾਨ ਸਭਾ ਦੇ ਸੈਸ਼ਨ ਵਿੱਚ ਆ ਨਹੀਂ ਸਕਣਗੇ। ਅਸੀਂ ਆਪਣੇ ਟੈਸਟ ਵੀ ਕਰਵਾਏ, 28 ਨੂੰ ਸੈਸ਼ਨ ਸੀ, 27 ਨੂੰ ਅਸੀਂ ਟੈਸਟ ਕਰਵਾਏ, ਸਾਰੇ ਟੈਸਟ ਵੀ ਸਾਰਿਆਂ ਦੇ ਨੈਗੇਟਿਵ ਆਏ। ਅਸੀਂ ਸਾਰਿਆਂ ਨੇ ਇਹ ਮੰਨਦੇ ਤੇ ਸੋਚਿਆ ਕਿ ਅਸੀਂ ਕੋਈ ਕਾਂਗਰਸ ਵਾਲਿਆਂ ਤੋਂ ਸਰਟੀਫਿਕੇਟ ਨਹੀਂ ਲੈਣਾ ਕਿ ਅਸੀਂ ਚੰਗੇ ਆ ਜਾਂ ਮੰਦੇ ਆ, ਲੇਕਿਨ ਸਾਡੇ ਮਨ ਦੇ ਵਿੱਚ ਸੀ ਕਿ ਅਸੀਂ ਲੋਕਾਂ ਦੀ ਨਜ਼ਰਾਂ ਦੇ ਵਿੱਚ ਨਾ ਗਿਰ ਜੀ। ਅਸੀਂ ਉਸ ਗੱਲ ਨੂੰ ਮੱਦੇਨਜ਼ਰ ਕਰਦੇ ਚੱਲਦੇ ਹੋਏ ਅਸੀਂ ਸਪੀਕਰ ਸਾਹਿਬ ਨਾਲ ਗੱਲ ਕੀਤੀ ਕਿ ਸਪੀਕਰ ਸਾਹਿਬ ਤੁਹਾਡੀ ਆ ਖਬਰ ਛਪੀ ਹੈ, ਇਹਦੇ ਬਾਰੇ ਤੁਸੀਂ ਲਿਖਿਆ ਕਿ ਅਸੀਂ ਅੰਦਰ ਆਉਣ ਨਹੀਂ ਦੇਣਾ ਇਹਨਾਂ ਨੂੰ, ਇਹ ਤੁਸੀਂ ਸਾਨੂੰ ਕਲੈਰੀਫਿਕੇਸ਼ਨ ਦਿਓ। ਸੋ ਮੁੱਕਦੀ ਗੱਲ ਕਿ ਸਪੀਕਰ ਸਾਹਿਬ ਨੇ ਸਾਨੂੰ ਲੈਟਰ ਵੀ ਲਿਖਤੀ ਕਿ ਤੁਸੀਂ ਸੈਸ਼ਨ ਦੇ ਵਿੱਚ ਨਾ ਆਓ, ਤੁਸੀਂ ਗੁਰਪ੍ਰਤਾਪ ਸਿੰਘ ਬਡਾਲੇ ਦੇ ਕੰਟੈਕਟ ਦੇ ਵਿੱਚ ਸੀ, ਤੁਹਾਨੂੰ 5 ਦਿਨ ਵਾਸਤੇ ਇਕਾਂਤ ਵਾਸਤੇ ਜਾਣਾ ਪਊਗਾ, ਤੁਸੀਂ ਉੱਥੇ ਨਾ ਆਓ। ਅਸੀਂ ਕੇਵਲ ਤੇ ਕੇਵਲ ਅਸੀਂ ਵੀ ਡਰਾਮੇ ਕਰ ਸਕਦੇ ਸੀਗੇ, ਉਹ ਜਿਹੀਆਂ ਪੁਸ਼ਾਕਾਂ ਪਾ ਕੇ ਇਦੋਂ ਬੜੇ ਬੜੇ ਡਰਾਮੇ ਕਰ ਸਕਦੇ ਸੀਗੇ। ਅਸੀਂ ਖਿੱਚੋ ਤੀ ਤਾਂ ਕਿ ਸਾਡੀ ਪੁਲਿਸ ਨਾ ਹੋਵੇ, ਸਾਡੀਆਂ ਫੋਟੋਆਂ ਆਉਣ। ਅਸੀਂ ਇਨਸਾਨੀਅਤ ਤੌਰ ਦੇ ਉੱਤੇ ਕਿ ਯਾਰ ਸਿਆਸਤ ਤਾਂ ਚੱਲਦੀ ਰਹਿਣੀ ਹੈ, ਆਪਾਂ ਇਹਨਾਂ ਚੱਕਰਾਂ ਦੇ ਵਿੱਚ ਨਹੀਂ ਪੈਣਾ। ਹੋ ਸਕਦਾ ਜਿਸ ਮੌਕੇ ਆਪਾਂ ਪੁਲਿਸ ਤੇ ਜਾ ਕੇ ਇਦਾਂ ਦੀਆਂ ਡਰੈਸ ਪਾ ਕੇ ਚਲੇ ਜਾਈਏ, ਬੜੇ ਬੜੇ ਸੋਹਣੀਆਂ ਫੋਟੋਆਂ ਖਿਚਾ ਲਈਏ, ਉਹ ਇੱਕ ਦਿਨ ਦੀ ਗੱਲ ਹੈ। ਲੇਕਿਨ ਜਦੋਂ ਪੁਲਿਸ ਨਾਲ ਸਾਡੀ ਖਿੱਚੋਤਾਰ ਹੋਊਗੀ, ਹੋ ਸਕਦਾ ਸਾਨੂੰ ਕਿਸੇ ਕੋਲੋਂ ਕੋਰੋਨਾ ਹੋ ਜਾਵੇ, ਹੋ ਸਕਦਾ ਸਾਡੇ ਕੋਲੋਂ ਕਿਸੇ ਨੂੰ ਹੋਰ ਕੋਰੋਨਾ ਹੋ ਜਾਵੇ। ਅਸੀਂ ਇਨਸਾਨੀਅਤ ਦੇ ਤੌਰ ਦੇ ਉੱਤੇ ਸਪੀਕਰ ਸਾਹਿਬ ਦੀ ਰਿਕੁਐਸਟ ਦੇ ਉੱਤੇ ਅਸੀਂ ਮਨ ਬਣਾ ਲਿਆ, ਅਸੀਂ ਆਪਣੇ ਘਰਾਂ ਦੇ ਵਿੱਚ ਬੈਠਾ। ਲੇਕਿਨ ਮੈਂ ਪੁੱਛਣਾ ਚਾਹੁੰਦਾ, CM ਸਾਹਿਬ ਨੇ 27 ਦੀ ਰਾਤ ਨੂੰ ਸਾਰੇ ਚੈਨਲਾਂ ਤੇ ਰਿਕੁਐਸਟ ਕੀਤੀ, ਸਪੀਕਰ ਸਾਹਿਬ ਨੇ ਸਾਰੇ ਚੈਨਲਾਂ ਦੇ ਉੱਤੇ ਰਿਕੁਐਸਟ ਕੀਤੀ ਕਿ ਚਾਹੇ ਕਰੋਨਾ ਪॉजिटिव वाले ने, चाहे कोरोना संपर्क वाले ने, कृपा करके हाउस के विच ना आओ। मेरे वीरों, तुहाडे सारे चैनलों के उत्ते रिकॉर्डिंग सारे लोगों ने सुनी, लेकिन होया कि उत्थे CM साहब ने भी कहा, औखे बाकी जिहड़े मंत्री सी उन्होंने भी कहा कि तां डरदे नहीं आए। स्पीकर साहब, मैं तुहानूं गल कहनी चाहुंदा, जिन्ने मर्जी तुसीं रेजिग्नेशन ले लो, जिन्ना हमदर्द श्रोमणी अकाली दल जट्टां दी हमदर्द जे कोई पार्टी है केवल ते केवल श्रोमणी अकाली दल है। इस तो क्योंकि ट्यूबवेलों के बिल माफ किए वो श्रोमणी अकाली दल ने किए, इत्थों तक जमीनों का मालिया तक माफ किया क्योंकि पंजाब के लोगों ने इस तरीके के नाल ढिड भरिया खेती कर करके हिंदुस्तान के लोगों का जेकर जे सानू अंदर जाण का मौका मिलता, असी इस रेजोल्यूशन दी धज्जियां लाउंदे उत्थे समार के असी कहेंगे कि तुसी की लोग तुहाडे त्योहार करनगे, तुसी दा सौहा खा के तलवंडी साबो दमदमा साहब के उत्ते सौहा खा के गुटका साहब उत्ते फड़ के तुसी मैनीफेस्टो ਦੀਆਂ ਧੱਜੀਆਂ ਲਾਈਆਂ, अज तक एक भी चीज़ तुसी पूरी नहीं की कि तुहाडी इस रेजोल्यूशन ਦੇ लोग तसली करनगे। तुसी तां ਇਹ ਜਿਹੜੇ रेजोल्यूशन ਦੀਆਂ ਗੱਲਾਂ ਕਰਦੇ ਹੋ ਤਾਂ ਵੱਡਾ रेजोल्यूशन ਤਾਂ ਵੱਡਾ ਬਿੱਲ ਤਾਂ ਤੁਸੀਂ 2017 ਵਿੱਚ ਪਾਸ ਕਰ ਚੁੱਕੇ ਹੋ। ਸੋ ਇਹਨਾਂ रेजोल्यूशन ਦਾ ਜਵਾਬ ਤਾਂ ਅਸੀਂ ਦੇਣਾ ਸੀ ਕਿ ਤੁਸੀਂ ਕਿਵੇਂ ਲੋਕਾਂ ਨਾਲ ਡਰਾਮੇ ਖੇਡ ਰਹੇ ਹੋ। ਤੁਹਾਡੇ ਪੌਣੇ 4 ਸਾਲ ਜਿਹੜੀ ਢਿੱਲੋਂ ਸਾਹਿਬ ਨੂੰ ਮਿਊਟ ਹੋ ਗਿਆ ਜੀ, ਢਿੱਲੋਂ ਸਾਹਿਬ ਮਿਊਟ ਹੋ ਗਏ। ਮੈਂ ਜਿਹੜੀ ਦੂਜੀ ਗੱਲ ਜਿਹੜੀ ਮੈਂ ਕਰਨਾ ਚਾਹੁੰਦਾ ਜੀ, ਵੇਖੋ ਅੱਜ ਅਖਬਾਰ 'ਚ ਲੱਗਿਆ ਹੈ ਕਿ ਬਲਬੀਰ ਸਿੰਘ ਸਿੱਧੂ ਦੀ ਵੀ ਮਿਲੀ ਭੁਗਤ ਆ ਰਹੀ ਹੈ। ਹੈਲਥ ਮਹਿਕਮਾ ਕਿਹਦੇ ਕੋਲ ਹੈ?
कि स्पीकर साहब बलबीर सिद्धू के खिलाफ परचा दर्ज कराउणगे, जिन्हें हाउस नूं भी, जे हाउस नूं मिसलीड जां वो आप होया जानबुझ के जां उन्होंने किसी ने कीता। 27 नूं हैल्थ महकमा कह रहा आ करोना पॉजिटिव आ गया, उन्होंने रिपोर्ट है करोना पॉजिटिव दी, मैं पा दिना इत्थे। ते फिर अखबार च जीरा साहब आप बन रहे कि 28 सवेर नूं मेरा टेस्ट तो बलबीर सिद्धू ने कराता, नैगेटिव आ गया। मतलब कि नैगेटिव पॉजिटिव कौन कर रहा? सरकार दे विच सरकार रली है। स्पीकर साहब का दफ्तर किते ना किते स्पीकर साहब दे ते भी सवाल उठ रहे हैं। सो जेड़ा रली मिली भुगत है कि सैशन ना होवे, पंजाब दे भगते मुद्दे उठाए ना जान, जे एदा दुध ता दुध पानी ते पानी स्पष्ट ना होया ते ये स्पष्ट हो जू कि स्पीकर रोल इज नॉट इम्पार्शल। कोई आप दी जिहड़ी उन्होंने पक्षपाती रवैया वो अपनाया, और मैं असी भावें जो साडी जिम्मेवारियां बनदियां सी असी वो फॉलो कीतियां प्रोटोकॉल। और मैं सीएम साहब नूं पुछना चाहुंदा, साडे बारे तां कल बयान देता कि आए नहीं अकाली, ते हुण तुसीं क्यों एकांतवास च हो गए हो 7 दिन लई? तुसीं तां 6 महीने दे एकांतवास च सी, हुण तुसीं किहड़े क्वारंटीन हो गए? तुसीं किहड़ी गल ते हो गए? तुहानूं तां कोई प्रॉब्लम नहीं। जेड़ा प्रोटोकॉल असी फॉलो किया उही प्रोटोकॉल हुण तुसीं फॉलो कर रहे हो। मगर जे असी फॉलो करिए तां गुनेगार, जे ना करिए तां भी गुनेगार। इसलिए तुसीं तां मौका लभ लिया किवें ना किवें डेमोक्रेसी नूं ठोकिया जावे, डेमोक्रेसी खत्म होवे। कल्ली ते कल्ली थोड़ी माउथपीस बन के, स्पोक्सपर्सन बन के स्पीकर साहब ने कल भूमिका निभाई है। और बड़े अफसोस नाल कहना पैंदा जे ये दोवें कार्रवाइयां नहीं हुईयां, श्रोमणी अकाली दल स्पीकर साहब दे विरुद्ध, भावें साडा पता साडा मता फेल हो जाऊगा, मगर उन्हां दे विरुद्ध एक मता लैके आवांगे कि साडा विश्वास स्पीकर साहब ते असीं खो बैठे हैं। और इसलिए लियाउण लई मजबूर होए हैं क्योंकि जो कुछ अज अखबारां च छपिया। तुहाडे कोई सवाल जी? मजीठिया साहब कल सारा ਚੱਲਿਆ ਵੀ ਹੈਗਾ ਤੇ ਅੰਦਰ ਇਹ ਕਿਹਾ ਗਿਆ ਕਿ ਤੁਸੀਂ ਜਾਣ ਬੁੱਝ ਕੇ ਨਹੀਂ ਆਏ ਹੈਗੇ, ਲੋਕਾਂ ਦੀਆਂ ਗੱਲਾਂ ਰੱਖਣੀਆਂ ਸੀਗੀਆਂ, ਕਾਂਗਰਸ ਤੇ ਅਕਾਲੀ ਦਲ ਰਲੇ ਹੋਏ ਨੇ, ਤੇ ਤੁਸੀਂ ਇਹ ਵੀ ਕਿਹਾ ਗਿਆ ਕਿ ਤੁਸੀਂ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਟ੍ਰੈਪ ਦੇ ਵਿੱਚ ਫਸ ਗਏ। यार इस तरह है, ਆਪਾਂ ना देर आर 2 इशूज। मैं एक इशू ਜਿਹੜਾ ਵੱਡਾ ਹਾਈਲਾਈਟ ਕਰ ਰਿਹਾ ਹੈ, ਕਿਵੇਂ ਟੈਸਟ ਰਿਪੋਰਟਸ, ਜਿਹੜਾ ਬੰਦਾ ਕਹਿ ਰਿਹਾ ਮੈਂ ਕਰੋਨਾ, ਜਿਹਨੂੰ ਪਤਾ ਸੀ 27 ਨੂੰ ਉਹ ਕਰੋਨਾ ਪੋਜ਼ਿਟਿਵ ਹੈ, ਉਹ ਅੰਦਰ ਕਿਵੇਂ ਚਲੇ ਗਿਆ? ਮੈਂ ਸਪੀਕਰ ਸਾਹਿਬ ਦੇ ਰੋਲ, ਬਲਬੀਰ ਸਿੱਧੂ ਦਾ ਰੋਲ, ਜਿਹਨੂੰ ਪਤਾ ਸੀ ਉਹਦੇ ਹੈਲਥ ਮਹਿਕਮੇ ਦੀ ਰਿਪੋਰਟ ਹੈ, ਜਿਹਨੂੰ ਪਤਾ ਸੀ ਇਹ 27 ਨੂੰ ਪੋਜ਼ਿਟਿਵ ਹੈ, ਉਹਨੂੰ ਨੈਗੇਟਿਵ ਰਿਪੋਰਟ ਦਿੱਤੀ, ਔਰ ਫਿਰ ਬਾਅਦ 'ਚ ਪੋਜ਼ਿਟਿਵ ਆ ਗਈ, ਕਿਉਂਕਿ ਸੱਚ ਤਾਂ ਸਾਹਮਣੇ ਆਉਣਾ ਹੀ ਸੀ, ਰੌਲਾ ਪੈਣਾ ਹੀ ਸੀ। ਉਹ ਮੈਂ ਉਸ ਗੱਲ ਦੀ ਗੱਲ ਕਰ ਰਿਹਾ ਜਿਹੜਾ ਇਹ ਤੁਸੀਂ ਇਸ਼ੂ ਕਹਿ ਰਹੇ ਹੋ कि जानबूझ के नहीं गए, ਉਹਦਾ भी मैं जवाब यही दे रहा कि सीएम साहब क्यों फिर एकांतवास च हो गए? हुण ਉਹ ਤਾਂ पिछले 6 महीने तो एकांतवास च ने। एकांतवास च इसलिए हो गया क्योंकि उन्होंने कोरोना पॉजिटिव 2 MLA शतराणा जी ते जीरा साहब मिले है, और प्रोटोकॉल जो कहता है, जो प्रोटोकॉल असी फॉलो किया, जो प्रोटोकॉल प्रगट सिंह पवार साहब ने फॉलो किया, वो बड़ा क्लीयर है। एज रिस्पोंसिबल पीपल ਅਸੀਂ ਨਹੀਂ ਚਾਹੁੰਦੇ ਸੀ ਕਿ ਇਹ ਮਹਾਮਾਰੀ ਫੈਲੇ, ਤੇ ਵੀ ਆਰ ਹੈਲਡ ਰਿਸਪੌਂਸਿਬਲ। ਤੁਹਾਡੇ ਘਰਾਂ ਦੇ ਬਾਹਰ ਪੁਲਿਸ ਲਾ ਦਿੱਤੀ ਗਈ ਤੇ ਅੰਦਰ ਤੁਹਾਡਾ ਪ੍ਰਚਾਰ ਕੀਤਾ ਗਿਆ ਕਿ ਤੁਸੀਂ ਜਾਣਬੁੱਝ ਕੇ ਨਹੀਂ ਆਏ ਹੈਗੇ। ਦੇਖੋ ਉਹੀ ਗੱਲ ਮੈਂ ਕਹਿ ਰਿਹਾ ਨਾ, ਇਹ ਕਿਹਦਾ ਰੋਲ ਹੈ? ਇਹ ਸਪੀਕਰ ਸਾਹਿਬ ਦਾ ਪੱਖਪਾਤੀ ਰੋਲ ਸਾਹਮਣੇ ਆ ਰਿਹਾ। ਕਈਆਂ ਨੂੰ ਕਹਿਤਾ ਜੀ ਤੁਹਾਡਾ ਡਰਾਈਵਰ ਪੋਜ਼ਿਟਿਵ ਹੈ ਤਾਂ ਨਹੀਂ ਤੁਸੀਂ ਆ ਸਕਦੇ, ਕਈਆਂ ਨੂੰ ਕਹਿਤਾ ਜੀ ਤੁਹਾਡਾ ਗਨਮੈਨ ਪੋਜ਼ਿਟਿਵ ਹੈ ਤੁਸੀਂ ਤਾਂ ਨਹੀਂ ਆ ਸਕਦੇ, ਕਈਆਂ ਨੂੰ ਕਹਿਤਾ ਤੁਹਾਡੀ ਵਾਈਫ ਜਾਂ ਹਸਬੈਂਡ ਪੋਜ਼ਿਟਿਵ ਹੈ ਤੁਸੀਂ ਤਾਂ ਨਹੀਂ ਆ ਸਕਦੇ। ਇੱਥੇ ਤਾਂ MLA ਪੋਜ਼ਿਟਿਵ ਵਾਰ ਛੱਡੇ ਤੇ ਜਿਹੜੇ ਨੈਗੇਟਿਵ ਸੀ ਉਹਨਾਂ ਨੂੰ ਬਾਹਰ ਕਰਤਾ। ਮਜੀਠੀਆ ਸਾਹਿਬ, ਪਹਿਲਾਂ ਲੋਕਾਂ ਨੂੰ ਬੜੀ ਸ਼ੰਕਾ ਇਸ ਗੱਲ ਨੂੰ ਲੈ ਕੇ, ਪਿੰਡਾਂ ਦੇ ਵਿੱਚ ਲੋਕ ਵਿਰੋਧ ਕਰਨ ਲੱਗ ਗਏ, ਕਈ ਲੋਕਾਂ ਨੇ ਟੈਸਟਿੰਗ ਤੋਂ ਇਨਕਾਰ ਕਰਤਾ, ਕਈ ਲੋਕਾਂ ਦੇ ਅਸੀਂ ਸਰਕਾਰ ਦੇ ਹਸਪਤਾਲ 'ਚ ਨਹੀਂ ਜਾਣਾ ਇਲਾਜ ਕਰਾਉਣ, ਉਹਦੇ ਜਾਵਾਂਗੇ ਜਿਉਂਦੇ ਉੱਥੇ ਬਚਾਂਗੇ, ਪਤਾ ਨਹੀਂ ਬਚਾਂਗੇ। ਤਾਂ ਤੁਹਾਨੂੰ ਕੀ ਲੱਗਦਾ? ਕੁਲਵੀਰ ਜੀਰਾ ਦਾ ਦਾਅਵਾ, ਉਹ ਕਹਿੰਦੇ ਕਿ ਮੈਂ ਟੈਸਟ ਕਰਵਾਇਆ ਸੀ, ਉਹਦੀ ਰਿਪੋਰਟ ਨੈਗੇਟਿਵ ਆਈ, ਪੁਰਾਣੀ ਰਿਪੋਰਟ ਬਾਅਦ ਦੇ ਵਿੱਚ ਪੋਜ਼ਿਟਿਵ ਆ ਗਈ,
ਮਿਸ਼ਨ ਫਤਿਹ ਤਾਂ ਹੋ ਗਿਆ, ਮਿਸ਼ਨ ਫੇਲ। ਤੇ ਮਿਸ਼ਨ ਫੇਲ ਦੇ ਬਾਅਦ ਕੱਲ ਕੈਪਟਨ ਸਾਹਿਬ ਨੇ ਵਿਧਾਨ ਸਭਾ ਚੋਂ ਮਿਸ਼ਨ ਲੂਟ ਤੇ ਮਿਸ਼ਨ ਝੂਠ ਉਹ ਲਾਂਚ ਕਰਤਾ। ਔਰ ਟੈਸਟਿੰਗ ਦੇ ਬਾਰੇ ਫੇਲੀਅਰ ਤਾਂ ਹੁਣ ਐਮਐਲਏ ਦੀ ਰਿਪੋਰਟ ਹੀ ਆ ਗਈ ਯਾਰ ਸਾਹਮਣੇ। ਐਮਐਲਏ ਨੇ ਤਾਂ ਝੂਠ ਬੋਲਿਆ, ਉਹਦੀ ਰਿਪੋਰਟ ਪੋਜ਼ਿਟਿਵ ਸੀ, ਮਗਰ ਉਸ ਪੋਜ਼ਿਟਿਵ ਨੂੰ ਨੈਗੇਟਿਵ ਕਰਨ ਵਾਸਤੇ ਜੋ ਹੈਲਥ ਮਿਨਿਸਟਰ ਦਾ ਰੋਲ ਆ ਰਿਹਾ, ਐਮਐਲਏ ਆਪ ਬਿਆਨ ਦੇ ਰਿਹਾ। ਅੱਜ ਦੇ ਇੰਡੀਅਨ ਐਕਸਪ੍ਰੈਸ 'ਚ ਪੜ੍ਹ ਲਓ ਕਿ ਮੇਰਾ ਟੈਸਟ ਬਲਬੀਰ ਸਿੱਧੂ ਨੇ ਕਰਾਇਆ 28 ਨੂੰ, ਜਦ ਉਹਦੀ 27 ਨੂੰ। ਔਰ ਹੈਲਥ ਅਫੀਸ਼ੀਅਲਸ ਕਹਿ ਰਹੇ ਆ, ਨਾਂ ਨਹੀਂ ਲੈ ਰਹੇ, ਵਿਚਾਰਿਆਂ ਨੇ ਸਸਪੈਂਡ ਹੋਣਾ। ਉਹਨਾਂ ਨੇ ਕਿਹਾ ਸੀ ਬਲਬੀਰ ਸਿੰਘ ਸਿੱਧੂ ਨੂੰ ਦੱਸਦਾ ਸੀ ਕਿ ਇਹ ਪੋਜ਼ਿਟਿਵ ਹੈ, ਤੇ ਬਲਬੀਰ ਸਿੰਘ ਸਿੱਧੂ ਨੇ ਉਹਦਾ ਟੈਸਟ ਕਿਉਂ ਕਰਾਇਆ ਜੀ ਸਵੇਰੇ? ਔਰ ਜਿਸ ਤਰੀਕੇ ਨਾਲ, ਇੱਕ ਮਿੰਟ ਜੀ, ਜਿਸ ਤਰੀਕੇ ਨਾਲ ਬਾਕੀ ਕਈ ਐਮਐਲਏ ਦੀ ਨੈਗੇਟਿਵ ਪੋਜ਼ਿਟਿਵ ਰਿਪੋਰਟਾਂ ਬਦਲੀਆਂ ਗਈਆਂ ਨੇ, ਸਾਰੇ ਪੰਜਾਬ ਦੇ ਲੋਕਾਂ ਨਾਲ ਇਹੀ ਕੁਝ ਹੋ ਰਿਹਾ। ਠੀਕ ਹੈ ਸਾਹਿਬ, ਇਹ ਰਿਪੋਰਟ ਜਿਹੜੀ ਰਿਪੋਰਟ ਦੀ ਗੱਲ ਕਰ ਰਹੇ ਹੋ, ਰਿਪੋਰਟ ਕਿੱਥੋਂ ਦੀ ਹੈਗੀ ਹੈ? ਕਿ ਚੰਡੀਗੜ੍ਹ ਟੈਸਟ ਹੋਇਆ ਸੀ? ਨਹੀਂ ਜੀ, ਇਹਨਾਂ ਦਾ ਰਿਪੋਰਟ ਸੈਂਪਲ ਕਲੈਕਟ ਹੋਇਆ ਜੀ ਫਿਰੋਜ਼ਪੁਰ ਤੋਂ ਹੋਇਆ। 26 ਤਰੀਕ ਨੂੰ ਡੇਟ ਆਫ ਸੈਂਪਲ ਰਿਸੀਵਡ ਇਜ਼ 26/08/2020। ਔਰ ਇਹਨਾਂ ਦਾ ਜਿਹੜਾ ਰਿਪੋਰਟ ਆਈ ਹੈ ਉਹ ਆਈ ਹੈ 27/8/2020 ਨੂੰ। ਜਿਹੜਾ GGSMCH ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮੈਡੀਕਲ ਕਾਲਜ ਐਂਡ ਹਸਪੀਟਲ ਫਰੀਦਕੋਟ ਹੈ, ਉੱਥੋਂ ਆਈ ਹੈ 27 ਤਰੀਕ ਨੂੰ ਰਿਪੋਰਟ ਆ ਗਈ ਸੀ। ਫਿਰੋਜ਼ਪੁਰ ਇਹ ਦਿੱਤਾ ਗਿਆ ਸੀਗਾ। ਮੈਂ ਸਾਰੀ ਇਹ ਚ ਪਾ ਰਿਹਾ ਜੀ, ਤੁਹਾਨੂੰ WhatsApp ਆ ਹੀ ਰਿਹਾ ਇਹਦੇ ਚ ਸਭ। ਮਜੀਠੀਆ ਸਾਹਿਬ, ਇਹਦੇ ਨਾਲ ਕਾਫੀ ਵੱਡਾ ਖਤਰਾ ਵੀ ਪੈਦਾ ਹੋ ਗਿਆ, ਕਿਉਂਕਿ ਜਿੱਥੇ ਅਟੈਂਡੈਂਸ ਰਜਿਸਟਰ ਤੇ ਸਾਈਨ ਕੀਤੇ ਗਏ ਨੇ, ਇਹ ਚਰਚਾ ਚੱਲ ਰਹੀ ਹੈ ਜੀ ਕਿ ਜਿਹੜਾ ਪੈਨ ਸੀਗਾ, ਪੈਨ ਉਹ ਦੋਹਾਂ ਐਮਐਲਏ ਨੇ ਵਰਤਿਆ। ਉਹਨਾਂ ਤੋਂ ਬਾਅਦ ਜਿੰਨਿਆਂ ਨੇ ਵੀ ਹਾਜ਼ਰੀ ਲਾਈ ਹੈਗੀ ਆ, ਉਹੀ ਪੈਨ ਦੇ ਨਾਲ ਲਾਈ ਆ, ਉਹੀ ਪੇਜ ਸੀਗਾ। ਸਰ ਇੱਕ ਮੈਂ ਗੱਲ ਦੱਸਾਂ, ਤੁਸੀਂ ਪ੍ਰੋਟੋਕਾਲ ਪੜ੍ਹਿਓ ਜਿਹੜੀ ਸਪੀਕਰ ਸਾਹਿਬ ਨੇ ਸਾਨੂੰ ਭੇਜੀ ਆ, ਮੈਂ ਤੁਹਾਨੂੰ ਉਹਦੀ ਕਾਪੀ ਵੀ ਭੇਜ ਦੂੰਗਾ। ਸਾਨੂੰ ਪਾਤਾ ਰਿਸਕ 'ਚ ਇਸ ਲਈ ਕਿਉਂਕਿ ਅਸੀਂ ਗੁਰਪ੍ਰਤਾਪ ਵਡਾਲੇ ਦੇ ਇੱਕ ਦੋ ਤਰੀਕੇ ਦੇ ਕੰਟੈਕਟ ਨੇ, ਹਾਈ ਰਿਸਕ ਐਂਡ ਲੋ ਰਿਸਕ। ਹਾਈ ਰਿਸਕ 'ਚ ਆ ਜਾਂਦੇ ਫੈਮਿਲੀ ਮੈਂਬਰਸ, ਲੋ ਰਿਸਕ 'ਚ ਆ ਜਾਂਦੇ ਜਿਹੜੇ ਉਹਦੇ ਸੰਪਰਕ 'ਚ ਆਏ ਆ ਥੋੜੇ ਚਿਰ ਲਈ, ਭਾਵੇਂ ਸਾਰੇ ਪ੍ਰੀਕਾਸ਼ਨ ਲਏ ਆ। ਸਾਨੂੰ ਇਹ ਕਹਿਤਾ ਗਿਆ ਭਾਵੇਂ ਤੁਸੀਂ 10 ਮਿੰਟ ਵੀ ਮਿਲੇ ਹੋ, ਤੁਸੀਂ ਲੋ ਰਿਸਕ ਕੈਟੇਗਰੀ 'ਚ ਆ ਗਏ, ਇਸ ਲਈ ਤੁਸੀਂ 5 ਦਿਨ ਕੁਆਰੰਟਾਈਨ ਹੋਵੋਗੇ, 5ਵੇਂ ਦਿਨ ਆਪਦਾ ਟੈਸਟ ਕਰਾਉਂਗੇ ਤੇ ਫਿਰ ਤੁਹਾਡੀ ਰਿਪੋਰਟ ਜੇ ਨੈਗੇਟਿਵ ਆਈ ਤੇ ਠੀਕ ਹੈ। ਤੇ ਜੀਰਾ ਸਾਹਿਬ ਤਾਂ ਹਾਊਸ ਦੇ ਅੰਦਰ ਕਿੰਨਾ ਚਿਰ ਬੈਠੇ ਰਹੇ ਆ? 2 ਘੰਟੇ ਬੈਠੇ ਰਹੇ ਆ। ਜਿਹੜਾ ਅੰਦਰ ਵਿਧਾਨ ਸਭਾ ਦੇ 3-4 ਘੰਟੇ ਉਹ ਫਿਰੇ ਆ, ਤੇ ਫਿਰ ਉਹਨਾਂ ਨੇ ਤਾਂ ਕੀ ਕੁਝ ਕਰਤਾ ਹੋਣਾ। अगर किसी को सेशन में नहीं आने देना, जब आप इस तरह से सारे अपने पास जो भी जरिए होते हैं सरकार के पास वो इस्तेमाल करें, और इस तरह से जैसे आप लोगों को आने से रोका गया, आम आदमी पार्टी के लोग भी यही कह रहे हैं, जबकि पॉजिटिव जो एमएलए थे वो अंदर घूम रहे थे। तो आपको लगता नहीं गलत ट्रेंड शुरू कर दिया है सर पंजाब में कांग्रेस की सरकार ने कि भाई अगर आपने किसी को रोकना है सेशन में आने से तो आप हर तरह से अपने सरकारी तंत्र का इस्तेमाल कर सकते हैं? देखो बिल्कुल आपकी बात सही है। राहुल गांधी एंड सोनिया गांधी हैव टू आंसर कि डेमोक्रेसी को, लोकतंत्र का मर्डर किस शरेआम हुआ है। और स्पीकर साहब के दफ्तर का भी जो रोल है, जो न्यूट्रल रोल होना चाहिए था, जो एक अंपायर का रोल अदा करना चाहिए था, उन्होंने तो रोल अदा कर दिया पक्षपाती। और हेल्थ महकमा जो सरकार के नीचे ही है, उनके मिनिस्टर पे तो कांग्रेस एमएलए कह रहे हैं कि मेरा टेस्ट तो मिनिस्टर ने कराया है। वो आप कह रहे हैं, मेरे लफ्ज नहीं है ये जीरा साहब की बात जो एक इंग्लिश न्यूज़पेपर में हुई है, छपी भी हुई है, बड़े रिस्पॉन्सिबल जर्नलिस्ट है जिन्होंने छापी है कि जीरा साहब ने आप बोला कि हाँ मैं फिरोजपुर टेस्ट कराया था, मेरे को रिपोर्ट मिली नहीं, जबकि हेल्थ ऑफिशियल ने वो भी बात कर दी कि हमने रिपोर्ट भेज दी थी और बलबीर सिद्धू को भी बता दिया था, मगर फिर भी बलबीर सिद्धू उसका टेस्ट करा रहे हैं 28 मॉर्निंग को और उसको अंदर लेके जा रहे हैं। सो ये सारा स्पीकर्स ऑफिस, स्पीकर हिमसेल्फ, द हेल्थ मिनिस्टर एंड द गवर्नमेंट ओनली इसलिए कि सैशन च अनकंफर्टेबल सवाल पंजाब दे नाल संबंधित सवाल ना उठाए जान। दूजी गल देखो, ढिल्लो साहब ने एक जिक्र किया क्योंकि बार बार ये गल नूं इधर की बात उधर कर देनी, ये नहीं दसदा कि काफला लुटिया किने। ये विधान सभा जे कहते ना कि असी रेजोल्यूशन करके नहीं आए, तो ऐ करो फिर रख लो सैशन।
ਕਿਉਂਕਿ ਜਿਹੜਾ ਅਫੀਸ਼ੀਅਲ ਤੁਸੀਂ ਏਜੰਡਾ ਦਿੱਤਾ ਉਹਦੇ 'ਚ ਤਾਂ ਰੈਜ਼ੋਲੂਸ਼ਨ ਦਾ ਆਰਡੀਨੈਂਸ ਦਾ ਜ਼ਿਕਰ ਹੀ ਕਿਤੇ ਨਹੀਂ। ਤੇ ਜੇ ਐਡਾ ਆਰਡੀਨੈਂਸ ਜ਼ਰੂਰੀ ਮੁੱਦਾ ਸੀ ਤੇ ਫਿਰ ਉਹ 'ਚ 20 ਮਿੰਟ ਦੀ ਡਿਸਕਸ਼ਨ ਕਿਉਂ ਕਰਾਈ? ਉਹ ਤਾਂ ਸਾਰੇ ਪੰਜਾਬ ਨਾਲ ਸੰਬੰਧਿਤ ਹੈ। ਖੁੱਲ ਕੇ ਚਰਚਾ ਹੋਣ ਦਿਓ, ਇੱਕ ਦਿਨ ਪਹਿਲਾਂ ਭੇਜੋ ਸਭ ਨੂੰ, ਸਾਰੇ ਤੱਥ ਹੁਣ ਜਿੱਤੇ ਕਿਸਾਨੀ, ਸਿਆਸਤ ਨਾ ਜਿੱਤੇ ਉਹਦੇ 'ਚ। ਇਸ ਲਈ ਢਿੱਲੋਂ ਸਾਹਿਬ, ਇਹ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਇਹ ਪੰਜਾਬੀਆਂ ਦੇ ਹਮਦਰਦ ਪਾਰਟੀ ਹੈ। ਸਭ ਤੋਂ ਵੱਧ ਕਿਸਾਨੀ ਵਾਸਤੇ, ਦਲਿਤ ਭਰਾਵਾਂ ਵਾਸਤੇ, ਉਦਯੋਗਪਤੀ ਵਾਸਤੇ, ਨੌਜਵਾਨਾਂ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਫੈਸਲੇ ਔਨ ਰਿਕਾਰਡ ਹੈ। ਤੁਸੀਂ 2 दिन ਦੀ ਡਿਸਕਸ਼ਨ ਰੱਖਦੇ, ਨਾਲੇ 50% ਲੈਸ ਅਟੈਂडेंस। कितने एमएलए आए जी अखीर में? 51। आज का फिगर है 56 आउट ऑफ 117। 50% एमएलए शर्म ना आई उधर कोई पास करते वक्त ऑर्डिनेंस से जो झूठ कहानी पाती यार। डिस्कशन होए, फ्री एंड फेयर डिस्कशन होए, इन डेप्थ डिस्कशन होए, एजेंडा टेबल पे होए, चोर मोरी की क्या जरूरत थी? इसमें से दिस ऑल स्मैक्स ऑफ मिली भुगत की रले सी। पुलिस भी लाती, नैगेटिव नू पॉजिटिव सानू करता कि आ नहीं सकते, अद्धी तो हुण टेस्ट करा लो। और अज मैं पूछदा सीएम साहब नू कि तुसी क्यों क्वारंटीन होए हो, किहड़ी गाइडलाइंस तहत होए हो? असी भी वो गाइडलाइन जिहड़े तुहाडे स्पीकर साहब ने सानू घल्लियां सी ते हुण तुसी क्वारंटीन हो गए। तुहानू तां फिरना चाहिदा, जे कोई असी जानबुझ के नहीं आए फिर तुसी भी फिरो। एक कल्ला ते कल्ला मिशन लूट ते मिशन झूठ कल कांग्रेस ने पंजाब विधान सभा च चलाया। और अविश्वास मता जे स्पीकर साहब ने कोई कार्रवाई नहीं की तो उन्होंने खिलाफ भी लियावांगे कि सानू इस पक्षपाती रवैया ते नहीं स्पीकर दे ते विश्वास रहेगा। मजीठिया साहब, एक सरकार ने होर बिल पास किया है, ਉਹਦੇ तहत सरकार होर ਜਿਹੜਾ ਹੈਗਾ ਕਰਜ਼ਾ ਲੈਣ ਜਾ ਰਹੀ ਹੈ ਤੇ ਸੈਂਟਰ ਸਰਕਾਰ ਦੀਆਂ ਗਾਈਡਲਾਈਨਾਂ ਨੇ ਪਹਿਲਾਂ 3% ਜਿਹੜਾ ਹੈਗਾ ਜਿੰਨਾ ਵੀ ਸਟੇਟ ਦਾ ਜੀਡੀਪੀ ਹੈਗਾ ਉਹਦੇ ਤੇ ਲੈ ਸਕਦਾ ਸੀ ਤੇ 2% ਵਧਾਇਆ। ਪਰ ਜਿਹੜਾ 1.5% ਹੈਗਾ ਜਿਹਦੇ ਉੱਤੇ ਕੰਡੀਸ਼ਨਾਂ ਨੇ, ਉਹਦੇ ਵਿੱਚੋਂ ਇੱਕ ਕੰਡੀਸ਼ਨ ਇਹ ਵੀ ਹੈਗੀ ਹੈ ਕਿ ਜਿਹੜੀ ਸਬਸਿਡੀ ਹੈਗੀ ਬਿਜਲੀ ਦੀ ਉਹ ਬੰਦ ਹੋ ਜਾਏਗੀ। ਇਹਨੂੰ ਲੈ ਕੇ ਵੀ ਇੱਕ ਵਿਰੋਧੀ ਜਿਹੜੇ ਹੈਗੇ ਨੇ ਸਵਾਲ ਚੁੱਕ ਰਹੇ ਨੇ। ਹਰਪਾਲ ਚੀਮਾ ਇਹ ਕਹਿ ਰਹੇ ਨੇ ਕਿ ਜਿੰਨੀ ਵੀ ਚਾਹੇ 200 ਯੂਨਿਟ ਫ੍ਰੀ ਮਿਲਦੀ ਸੀ ਉਹ ਬੰਦ ਹੋ ਜਾਏਗੀ ਹੁਣ, ਤੇ ਜਿਹੜੇ ਕਿਸਾਨਾਂ ਦੇ ਟਿਊਬਵੈਲ ਦੇ ਜਿਹੜੇ ਸਬਸਿਡੀ ਹੈ ਉਹ ਵੀ ਬੰਦ ਹੋ ਜਾਏਗੀ। ਕੀ ਉਹ ਕੰਡੀਸ਼ਨ ਹੈਗੀ ਹੈ? ਤੁਸੀਂ ਭਾਈਵਾਲ ਪਾਰਟੀ ਹੈਗੇ, ਸੈਂਟਰ ਦੇ ਵਿੱਚ ਬੀਜੇਪੀ ਸਰਕਾਰ ਹੈ, ਕੀ ਹੈਗੀ ਉਹ ਚੌਥੀ ਕੰਡੀਸ਼ਨ? देखो पहली गल यार, मैं अज की जी प्रैस कॉन्फ्रेंस की है ना जी, ये अज दे जिहड़ा पॉजिटिव नैगेटिव होया MLA और जिस तरह रिपोर्टां गलत मलत कीतियां उहदी है। दूजी गल जिहड़ी तुसीं कर रहे हो ना जी, देखो असी कोई इहो जिहा फैसला सरकार ने चोर मोरी राहीं DBT कदे डायरैक्ट बेनिफिट ट्रांसफर कदे कुछ, ये हर तरीके नाल लोकां नूं बिल लाउणा चाह रहे हैं, हर तरीके नाल लोकां तों पैसे कढाउणा चाह रहे हैं। ਅਸੀਂ ਉਹਨਾਂ ਸਾਰਿਆਂ ਦੇ ਖਿਲਾਫ ਹੈ। ਮਗਰ ਮੈਂ ਅੱਜ ਪੁੱਛਦਾ ਹਾਂ, ਜਿਹੜੇ ਕੱਲ ਵਾੜੇ ਅੰਦਰ ਵਿਧਾਨ ਸਭਾ ਦੇ ਉਹਨਾਂ ਨੇ ਸ਼ਰਾਬ ਦੀ ਗੱਲ ਕੀਤੀ, ਸ਼ਰਾਬ ਦੇ ਮੌਤਾਂ ਦੀ ਗੱਲ ਕੀਤੀ, 5600 ਕਰੋੜ ਦੇ ਲਾਸ ਦੀ ਗੱਲ ਕੀਤੀ ਖਜ਼ਾਨੇ ਦੀ। ਚੀਫ ਸੈਕਟਰੀ ਨੇ ਇਲਜ਼ਾਮ ਸਿੱਧੇ ਲਾਏ ਕਿ ਉਹਦਾ ਜ਼ਿਕਰ ਕੀਤਾ, ਮੁਲਾਜ਼ਮਾਂ ਦੀ ਗੱਲ ਕੀਤੀ ਕਿ ਉਹਨਾਂ ਨੇ ਦਲਿਤ ਪਰਿਵਾਰਾਂ ਦੇ ਜਿਹੜੇ ਆ ਵਜੀਫੇ ਨਹੀਂ ਮਿਲ ਰਹੇ ਜਾਂ ਸ਼ਗਨ ਸਕੀਮਾਂ ਨਹੀਂ ਮਿਲ ਰਹੀਆਂ ਜਾਂ ਮੁਲਾਜ਼ਮ ਦੇ ਭੱਤੇ ਨਹੀਂ ਮਿਲ ਰਹੇ ਜਾਂ ਕਰੋਨਾ ਦੀ ਜਿਹੜੀ ਡੈਥ ਕਰਕੇ ਸਭ ਤੋਂ ਹਾਈ ਡੈਥ ਰੇਟ ਹੈ ਉਹਦੀ ਗੱਲਾਂ ਕੀਤੀਆਂ। ਕੱਲ ਮੈਂਬਰ ਉਹ ਵਾੜੇ ਅੰਦਰ ਜਿਹੜੇ ਜਿਨ੍ਹਾਂ ਦਾ ਪਿਛੋਕੜ ਪੁਰਾਣਾ ਕਾਂਗਰਸੀ ਪਰਿਵਾਰਾਂ ਨਾਲ ਸੰਬੰਧਿਤ ਹੈ ਕਿ ਕਾਂਗਰਸ ਦੇ ਨਾਲ ਰਲ ਮਿਲ ਕੇ ਮਾੜਾ ਮੋਟਾ ਟੇਬਲ ਥਪਥ ਪਾਵਾਂਗੇ, ਨਾਲੇ ਸ਼ੋਅ ਹੋ ਜੂ ਕਿ ਕੁਝ ਆਪੋਜੀਸ਼ਨ ਆਈ ਸੀ ਮਗਰ ਸਾਡਾ ਮਸਲਾ ਹੱਲ ਹੋ ਜੂ। ਪਤਲੀ ਗਲੀ ਚੋਂ ਨਿਕਲ ਕੇ ਪਾਰ ਗਏ ਆ ਸਾਰੇ ਔਰ ਲੋਕਾਂ ਨੂੰ ਭੰਬਲ ਪੂਸਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਕੱਲ ਦੇ ਸਾਰੇ ਰਵੱਈਏ ਨੇ, ਸਰਕਾਰ ਤਾਂ ਭੱਜੀ ਮਗਰ ਸਪੀਕਰ ਸਾਹਿਬ ਨੇ ਵੀ ਉਹਦੇ 'ਚ ਜਿਹੜੀ ਭਾਈਵਾਲੀ ਨਿਭਾਈ ਹੈ ਉਹ ਬਹੁਤ ਚਿੰਤਾ ਦਾ ਵਿਸ਼ਾ ਹੈ। ਇਸ ਤਰ੍ਹਾਂ ਫਿਰ ਹਾਊਸ ਨਹੀਂ ਚੱਲਣਾ, ਇਹ ਤਾਂ ਖਤਮ ਹੋ ਜਾਣੇ ਹਾਊਸ ਦੇ ਪਰੰਪਰਾਵਾਂ ਖਤਮ ਹੋ ਜਾਣੀਆਂ। ਫਿਰ ਇਸ ਤਰ੍ਹਾਂ ਜੇ ਅੱਜ ਇਸ ਤਰ੍ਹਾਂ ਦੇ ਹਾਊਸ ਚੱਲਣ ਲੱਗ ਪਏ। ਮਜੀਠੀਆ ਸਾਹਿਬ, ਤੁਹਾਡਾ ਕਹਿਣ ਦਾ ਭਾਵ ਆ ਵੀ ਆਮ ਆਦਮੀ ਪਾਰਟੀ ਨੇ ਡਬਲ ਰੋਲ ਨਿਭਾਇਆ ਹੈਗਾ ਜਿਹੜਾ ਤੁਸੀਂ ਕਹਿ ਰਹੇ ਹੋ? ਉਹ ਕਿਹੜਾ ਸਵਾਲ ਕੀਤਾ ਯਾਰ? ਜਿਹੜੇ ਮੈਂ ਸਵਾਲ ਕਰ ਰਿਹਾ, ਕਿਹੜੇ ਸਵਾਲ ਉੱਥੇ ਕੀਤੇ? ਔਰ ਜਿਹੜੇ ਅੰਦਰ ਗਏ ਸੀ 2-3 ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਸੋ ਕਾਲਡ, ਮੈਂ ਨਾਂ ਕੀ ਲੈਣਾ, ਤੁਸੀਂ ਮੇਰੇ ਤੋਂ ਵੱਧ ਜਾਣਦੇ ਹੋ, ਉਹਨਾਂ ਦੇ ਪਰਿਵਾਰ ਕਿੱਥੋਂ ਟਿਕਟਾਂ ਲੈਂਦੇ ਰਹੇ ਆ, ਕਿਹੜੀ ਪਾਰਟੀ ਨਾਲ ਸੰਬੰਧਿਤ ਰਹੇ ਆ? ਉਹ ਤਾਂ ਬੜੇ ਪ੍ਰਾਊਡ ਮਹਿਸੂਸ ਕਰਦੇ, 4-4 5-5 ਵਾਰੀ ਟਿਕਟਾਂ ਲੈ ਕੇ ਆ, ਕਿਸੇ ਦੇ
ਵੱਡਿਆਂ ਨੇ ਉੱਥੇ ਮੁੱਖ ਮੰਤਰੀਆਂ ਹੰਡਾਈਆਂ ਨੇ, ਉਹ ਬੰਦੇ ਉੱਥੇ ਜਾ ਕੇ ਡਰਾਮਾ ਰਚ ਰਹੇ। ਲੋਕਾਂ ਦੇ ਮੁੱਦੇ ਤਾਂ ਸਾਰੇ ਹੀ ਮਾਰਤੇ। ਮਜੀਠੀਆ ਸਾਹਿਬ ਸਵਾਲ ਇਹ ਹੈ ਕਿ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਸਰਕਾਰ ਇਹ ਕਹਿੰਦੀ ਨਜ਼ਰ ਆ ਰਹੀ ਸੀ ਕਿ ਕੋਈ ਵੀ ਸੈਂਟਰ ਸਰਕਾਰ ਦੀ ਜਿਹੜੀ ਗਾਈਡਲਾਈਨ ਹੈ ਉਹ ਅਸੀਂ ਨਹੀਂ ਮੰਨਾਂਗੇ, ਵੀ ਕੋਈ ਵੀ ਸਬਸਿਡੀ ਖਤਮ ਨਹੀਂ ਹੋਏਗੀ। ਮੰਤਰੀ ਮੰਡਲ ਦੇ ਵਿੱਚ ਇਹ ਫੈਸਲਾ ਹੋਇਆ ਸੀ। ਵਿਧਾਨ ਸਭਾ ਦੇ ਵਿੱਚ ਵੀ ਉਹਨਾਂ ਨੇ ਵਰਬਲੀ ਬੋਲਤਾ, ਪਰ ਜਿਹੜਾ ਰਿਕਾਰਡ ਹੈਗਾ ਉਹਦੇ ਵਿੱਚ ਟੈਕਨੀਕਲੀ ਰਿਟਨ ਦੇ ਵਿੱਚ ਕੁਝ ਨਹੀਂ ਹੈਗਾ। ਜਿਹੜਾ ਇਹਨਾਂ ਨੇ ਲੈਣਾ ਹੈਗਾ ਨਵਾਂ ਪੈਸਾ ਜਿਹੜਾ ਲੈਣਾ ਸੈਂਟਰ ਸਰਕਾਰ ਤੋਂ, ਉਹਦੇ ਵਿੱਚ ਇਹ ਹੈ ਕਿ ਸਬਸਿਡੀ ਖਤਮ ਹੋ ਜਾਏਗੀ। ਉਹ ਮੇਰਾ ਵੀਰ, ਮੈਂ ਤੈਨੂੰ ਬਾਰ-ਬਾਰ ਦੱਸਾਂ, ਮਿਸ਼ਨ ਫਤਿਹ ਨਹੀਂ, ਮਿਸ਼ਨ ਝੂਠ ਚੱਲ ਰਿਹਾ। ਚੀਫ ਸੈਕਟਰੀ ਤੇ ਡੀਜੀਪੀ ਤਾਂ ਲਾਤੇ ਸੈਂਟਰ ਦੇ ਆ ਕੇ, ਤੇ ਕਹਿੰਦੇ ਮੰਨ ਨਹੀਂ ਸੈਂਟਰ ਨਾਲ ਤਾਂ ਇੱਕ ਗੱਲ ਹੈ, ਐਵੇਂ ਮਾਰੀ ਜਾਂਦੇ ਇਹ। ਮੀਡੀਆ ਸਾਹਿਬ, ਜਿਸ ਤਰੀਕੇ ਨਾਲ ਕੁਲਵੀਰ ਜਿਹੜਾ ਦੀ ਰਿਪੋਰਟ ਜਿਹੜੀ ਪਹਿਲਾਂ ਨੈਗੇਟਿਵ ਸੀਗੀ, ਪੋਜ਼ਿਟਿਵ ਸੀਗੀ, ਉਹ ਨੈਗੇਟਿਵ ਹੋਈ, ਉਸੇ ਤਰੀਕੇ ਨਾਲ ਜਿਹੜਾ ਵਿਧਾਨ ਸਭਾ ਦੇ ਵਿੱਚ ਮਾਰਸ਼ਲ ਡਿਊਟੀ ਕਰਦੇ ਨੇ, ਉਹਦੇ ਵਿੱਚ ਵੀ ਲਾਪਰਵਾਹੀ ਦੇਖੀ ਗਈ ਹੈਗੀ। ਮਾਰਸ਼ਲ ਦੀ ਪਹਿਲਾਂ ਰਿਪੋਰਟ ਜਿਹੜੀ ਸੀਗੀ ਉਹ ਨੈਗੇਟਿਵ ਦੱਸੀ ਗਈ, ਤੇ ਜਦੋਂ ਉਹ ਡਿਊਟੀ ਤੇ ਪਹੁੰਚ ਗਿਆ ਤਾਂ ਉਦੋਂ ਰਿਪੋਰਟ ਆਉਂਦੀ ਹੈਗੀ ਕਿ ਉਹ ਪੋਜ਼ਿਟਿਵ ਹੈਗਾ। ਤਾਂ ਜਿੱਥੇ ਵਿਧਾਇਕਾਂ ਦੇ ਵਿੱਚ ਹੋਇਆ ਤਾਂ ਮਾਰਸ਼ਲ ਦੀ ਡਿਊਟੀ ਤੇ ਸੀਗੇ, ਉਹਨਾਂ ਦੀ ਰਿਪੋਰਟ ਤੇ ਵੀ ਐਵੇਂ ਦੀ ਧਾਂਦਲੀ ਹੋਈ ਹੈਗੀ ਹੈ। ब्रदर जी, और एब्सोल्युटली राइट गगन जी, मैं बार बार कह रहा है दैट देखो, स्पीकर साहब का दफ्तर, स्पीकर कॉन्स्टिट्यूशनल पोस्ट है, निरपक्ष जिम्मेवारी निभानी चाहिए सी। की निरपक्ष निभाई है? अखबारां मीडिया सारे सवाल उठा रहे, थोनू कहता तुसी नहीं आ सकते, टेस्ट कराओ, ये कराओ, वो कराओ, तो पॉजिटिव वाले तो वाड़ ले अंदर। ਸਾਨੂੰ ਤਾਂ ਜੀ ਪੰਜਾਬ ਤੋਂ ਵੱਲ ਭੇਜਤਾ। मैं तदे कह रहा ना कि इस तरह डेमोक्रेसी चलू। इट इज द लो, न्यू लो। इन्ने थले परंपरावां इस हद तक कदे विधान सभा दी नहीं डिगियां जो कल राणा केपी जी ने करतियां। जे हले भी सिंसियर ने, ओपोजिशन का विश्वास कायम करन और कार्रवाई करन और सारा सच सामने लियाउण, नहीं तो बिल्कुल स्पष्ट होगा कि फिक्स्ड मैच खेडिया गया कल बिटवीन Speaker's office and ruling Congress, and he has behaved as a congressman, not as पंजाब विधान सभा के स्पीकर। पंजाब की लोगों की तर्जमानी नहीं की, पंजाब के लोगों का एक मुद्दा नहीं चर्चा होया। पंजाब के लोग किहड़े आर्थिक हालातां च निकल रहे हैं उसकी चर्चा हुई। ऑड ईवन नाल कईयां दे दुकानां नहीं खोल सक रहे, दुकानां खोल नहीं रही, किश्तां नहीं मुड़ रही, स्कूलों की फीस नहीं दी जा रही, कोई मुद्दा चुक्या गया जो पिछले 6 महीनों तो मुद्दा ने ऑन द ग्राउंड की वो मुद्दे चुके गए। 20 मिनट च एक कार्रवाई पाई ते पार के कि 20 मिनट च खेती डिस्कस हो जू। इसलिए एडा वड्डा झूठ और एडा वड्डा मिसलीड किया गया। और फिर ये सीएम साहब की स्टेटमेंट सी कि जेडे आ MLA कोविड पॉजिटिव दे संपर्क च आए हैं, मेरी उन्होंने अपील है कि वो आउण ना। स्पीकर सानू चिट्ठी लिखे और फिर एडा वड्डा सफेद झूठ सीएम साहब बोलन कि आए नहीं। तुसीं तां वड़न नहीं दिते, डरते मारे आए किहड़े नहीं। तुहानू थोड़ा चेहरे नंगे होने सी कि कुछ तुसीं करदे हो किसान विरोधी। ਮਜੀਠੀਆ ਸਾਹਿਬ, ਹੁਣ ਤੁਹਾਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਹੈਗਾ। ਇੱਕ ਦਿਨ ਦਾ ਟਾਈਮ ਸੀਗਾ ਬੋਲਣ ਦਾ, ਲੇਕਿਨ ਉਹ ਟਾਈਮ ਨਿਕਲ ਚੁੱਕਿਆ। ਤੇ ਹੁਣ ਨੈਕਸਟ ਕੋਰਸ ਆਫ ਐਕਸ਼ਨ ਕੀ ਹੋਊਗਾ? ਕਿੱਥੇ ਤੁਸੀਂ ਜਾ ਕੇ ਬੋਲੇਂਗੇ ਹੋ? ਕਿਉਂਕਿ ਤੁਹਾਨੂੰ ਘਰਾਂ ਦੇ ਅੰਦਰ ਬੰਦ ਕਰ ਦਿੱਤਾ ਗਿਆ। विशाल जी, सब तो वड्डी कचहरी लोगों की कचहरी, वो कचहरी च भी बोलांगे। और मैं बार बार कह रहा, जे स्पीकर साहब ने आपदे दफ्तर का ते अपना रोल स्पष्ट नहीं किया, भावें सानू पता है कि साडा जिहड़ा उन्हां दे खिलाफ जिहड़ा असीं आपदा प्रस्ताव लावांगे कि सानू स्पीकर ते कोई भरोसा नहीं रहा, वो भावें फेल हो जाए, मगर सिंबोलिकली ये गल की वड्डी जित हो जूगी जब उन्हां दे साथ देण वालियां दे चेहरे नंगे होए। आप दा भी पता लग जूगा कि वो किहड़े पासे खलोते, स्पीकर के हक च खलोते कि उल्ट खलोते, तो स्पष्ट हो जू कि उन्हां दा विश्वास स्पीकर च है तो स्पीकर का उन्हां च है जिहड़ी बी टीम खेडदी है। ਜਿਵੇਂ ਕਿ ਤੁਸੀਂ ਵੀ ਕਿਹਾ ਕਿ ਸੀਐਮ ਸਾਹਿਬ ਕਹਿੰਦੇ ਨੇ ਕਿ ਜਿਹੜਾ ਅਕਾਲੀ ਦਲ ਡਰਦਾ ਮਾਰ ਨਹੀਂ ਆਇਆ, ਪਰ ਦੂਜੇ ਪਾਸੇ ਸਪੀਕਰ ਸਾਹਿਬ ਨੇ ਇਸ ਗੱਲ ਦੀ ਤਾਰੀਫ ਕਰੀ, ਕਹਿੰਦੇ ਅਕਾਲੀ ਦਲ ਨੇ ਮੇਰੀ ਅਪੀਲ ਵੀ ਮੰਨੀ ਤੇ ਉਹਨਾਂ ਨੇ ਜਿਹੜਾ ਮੈਂ ਲਿਖ ਕੇ ਜਵਾਬ ਦਿੱਤਾ ਉਹਦੇ ਤੇ ਅਮਲ ਕੀਤਾ। नहीं, और देखो स्पीकर साहब ने कैप्टन अमरिंदर सिंह का पर्दाफाश करता झूठ का। और की स्पीकर साहब डिनाई करते हैं? साडे पार्टी लीडर शरणजीत ढिल्लों जी नाल जिन्नी वारी गल्लां होईयां ने, मैं शरणजीत ढिल्लों जी नूं तां एक वारी नहीं कहंदे जी महामारी का समा, महामारी का समा, मेरी बेनती मनो, रिस्पॉन्सिबल पार्टी तुसीं बिहेव करो, ये समा नहीं। और असीं रिस्पॉन्सिबिलिटी समझी है
ਬਿਸਤਰੇ ਜਿਹੜੇ ਅੱਜ ਕੋਵਿਡ ਵਾਰਡਾਂ 'ਚ ਜਾਓ ਉੱਥੇ ਵਿਚਾਰਿਆਂ ਨੂੰ ਮਿਲ ਤਾਂ ਰਹੀ ਨਹੀਂ ਕੋਈ ਫੈਸਿਲਿਟੀ। ਜੇ ਕਿਸੇ ਨੂੰ ਬੈੱਡ ਚਾਹੀਦਾ ਹੋਵੇ ਬੈੱਡ ਨਹੀਂ ਅਵੇਲੇਬਲ। ਅਸੀਂ ਕਿਸੇ ਦੀ ਜਾਨ ਜੋਖਮ 'ਚ ਪਾ ਦਈਏ, ਮੁੜ ਕੇ ਉਹਦਾ ਇਲਾਜ ਨਾ ਹੋਵੇ, ਉਹਦੇ ਲਈ ਜ਼ਿੰਮੇਵਾਰ ਕੌਣ ਹੋਊਗਾ? ਦੈਟਸ ਵਾਈ ਮੈਂ ਪ੍ਰਗਟ ਸਿੰਘ ਦਾ ਵੀ ਰੋਲ ਅਪਰੀਸ਼ੀਏਟ ਕਰ ਰਿਹਾ। ਮਗਰ ਜਿਹੜੇ ਕੇਅਰਲੈਸ ਐਂਡ ਗੈਰ ਜ਼ਿੰਮੇਵਾਰ ਲੋਕ ਨੇ ਉਹਨਾਂ ਦੇ ਖਿਲਾਫ ਵੀ ਸਪੀਕਰ ਸਾਹਿਬ ਕਾਰਵਾਈ ਕਰਾਉਣਗੇ ਕਿ ਚੰਡੀਗੜ੍ਹ 'ਚ ਪਰਚਾ ਦਰਜ ਹੋਊ? ਔਰ ਪਰਚਾ ਦਰਜ ਨਾਟ ਓਨਲੀ ਕੋਵਿਡ ਜਿਹੜਾ ਜਿਹਨੇ ਆਪਦੀ ਰਿਪੋਰਟ ਲੁਕੋਈ ਹੈ, ਮਗਰ ਬਲਬੀਰ ਸਿੱਧੂ ਨੇ ਜਿਹਨੇ ਪੋਜ਼ਿਟਿਵ ਪਤਾ ਸੀ ਪੋਜ਼ਿਟਿਵ ਹੈ ਔਰ ਫਿਰ ਉਹਦੀ ਰਿਪੋਰਟ ਨੈਗੇਟਿਵ ਕਰਕੇ ਉਹਨੂੰ ਹਾਊਸ 'ਚ ਵਾੜਿਆ, ਉਹ ਆਪ ਕੁਲਬੀਰ ਜੀਰਾ ਕਹਿ ਰਿਹਾ।